ਸਾਡੀ ਇਸ ਖਾਸ ਪੇਸ਼ਕਸ਼ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਗੁਰਮੀਤ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਬਨਿਟ ਦੇ ਵਿੱਚ ਰੀਸ਼ਫਲ ਹੋਇਆ ਹੈ। 19 ਨਵੇਂ ਮੰਤਰੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਦੇ ਵਿੱਚ 5 ਮੰਤਰੀਆਂ ਨੂੰ ਆਪਣਾ ਅਸਤੀਫਾ ਦੇਣਾ ਪਿਆ ਹੈ। ਇੱਕ ਮੰਤਰੀ ਨੂੰ ਪ੍ਰਮੋਟ ਕਰਕੇ ਕੈਬਨਿਟ ਮਿਨਿਸਟਰ ਦਾ ਅਹੁਦਾ ਦਿੱਤਾ ਗਿਆ ਹੈ। ਪਰ ਜਿਹੜੀ ਵੀ ਇਹ ਰੀਸ਼ਫਲਿੰਗ ਹੋਈ ਹੈ, ਜਿਹੜੇ ਨਵੇਂ ਮੰਤਰੀਆਂ ਨੂੰ ਜਗ੍ਹਾ ਦਿੱਤੀ ਗਈ ਹੈ, ਕੀ ਇਸ ਦੇ ਨਾਲ ਮੋਦੀ ਕੈਬਨਿਟ ਦੇ ਵਿੱਚ ਜਾਂ ਮੋਦੀ ਸਰਕਾਰ ਦੀ ਪਾਲਿਸੀ ਇੰਪਲੀਮੈਂਟੇਸ਼ਨ ਦੇ ਵਿੱਚ ਕੋਈ ਫਰਕ ਪਵੇਗਾ? ਇਸ ਦੇ ਨਾਲ ਹੀ ਇਸ ਦੇ ਨਾਲ ਆਉਣ ਵਾਲੇ ਵੱਖੋ-ਵੱਖ ਸੂਬਿਆਂ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵਿੱਚ ਬੀਜੇਪੀ ਕੋਈ ਨਵਾਂ ਮੈਸੇਜ ਦੇਣਾ ਚਾਹੁੰਦੀ ਹੈ? ਕੀ ਇਹਨਾਂ ਮੰਤਰੀਆਂ ਨੂੰ ਜਿਹੜਾ ਕਿ ਕਾਸਟ ਇਕੁਏਸ਼ਨਸ ਨੂੰ ਖਿਆਲ ਰੱਖਿਆ ਗਿਆ ਹੈ, ਅਜਿਹੀ ਇਕੁਏਸ਼ਨਸ ਦਾ ਖਿਆਲ ਕਰਕੇ ਕੀ ਬੀਜੇਪੀ ਸਾਰੀ ਹੀ ਕਮਿਊਨਿਟੀਜ਼ ਦੇ ਵਿੱਚ ਕੁਝ ਸਪੈਸੀਫਿਕ ਮੈਸੇਜ ਪਹੁੰਚਾਉਣਾ ਚਾਹੁੰਦੀ ਹੈ ਜਾਂ ਫਿਰ ਬੀਜੇਪੀ ਦੀ ਕੋਈ ਨਵੀਂ ਸਟ੍ਰੈਟਜੀ ਹੈ? ਇਸੇ ਨੂੰ ਪੇਸ਼ ਕਰਦੀ, ਇਸੇ ਦਾ ਬਿਊਰਾ ਦਿੰਦੀ ਪੇਸ਼ ਹੈ ਸਾਡੀ ਇੱਕ ਖਾਸ ਪੇਸ਼ਕਸ਼। ਮੋਦੀ ਕੈਬਨਿਟ ਦੇ ਵਿੱਚ, ਮੋਦੀ ਸਰਕਾਰ ਦੇ ਵਿੱਚ ਇਸ ਵਾਰ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਸ ਐਕਸਪੈਂਸ਼ਨ ਦੇ ਵਿੱਚ ਕਮਿਊਨਿਟੀ ਕਾਸਟ ਇਕੁਏਸ਼ਨਸ ਦਾ ਨਹੀਂ ਬਲਕਿ ਸੋਸ਼ਲ ਸਟਰਕਚਰ ਦਾ ਖਿਆਲ ਰੱਖਿਆ ਗਿਆ ਹੈ। ਹਾਲਾਂਕਿ ਇਹ ਸੋਸ਼ਲ ਸਟਰਕਚਰ ਸਹੀ ਮਾਇਨਿਆਂ ਦੇ ਵਿੱਚ ਕਾਸਟ ਇਕੁਏਸ਼ਨ ਹੀ ਹੈ ਜਿਨ੍ਹਾਂ ਦਾ ਖਿਆਲ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਦਾ ਮੈਕਸਿਮਮ ਗਵਰਨੈਂਸ ਤੇ ਕੀ ਇੰਪੈਕਟ ਪਵੇਗਾ ਉਹ ਅਸੀਂ ਸਮੇਂ-ਸਮੇਂ ਤੇ ਤੁਹਾਨੂੰ ਦੱਸਦੇ ਰਵਾਂਗੇ। ਮਗਰ ਸਭ ਤੋਂ ਪਹਿਲਾਂ ਇਹ ਵੇਖਣਾ ਜ਼ਰੂਰੀ ਹੈ ਕਿ ਕੈਬਨਿਟ ਦੇ ਵਿੱਚ ਕੀ ਕੁਝ ਚੇਂਜਸ ਹੋਏ ਨੇ। ਸਭ ਤੋਂ ਪਹਿਲਾਂ ਕੈਬਨਿਟ ਮੰਤਰੀਆਂ ਦੀ ਗੱਲ ਕਰਦੇ ਹਾਂ, ਕੈਬਨਿਟ ਮੰਤਰਾਲਿਆਂ ਦੀ ਗੱਲ ਕਰਦੇ ਹਾਂ ਤਾਂ ਸਿਮਰਤੀ ਇਰਾਨੀ ਨੂੰ ਆਪਣਾ ਮੰਤਰਾਲਾ ਗਵਾਉਣਾ ਪਿਆ ਹੈ। ਉਹਨਾਂ ਨੂੰ HRD ਮਿਨਿਸਟਰੀ ਤੋਂ ਸਿੱਧੇ ਭੇਜਿਆ ਗਿਆ ਹੈ ਕੱਪੜਾ ਮੰਤਰਾਲੇ ਦੇ ਵਿੱਚ, ਤੇ HRD ਮਿਨਿਸਟਰ ਬਣੇ ਨੇ ਪ੍ਰਕਾਸ਼ ਜਾਵੜੇਕਰ, ਜਿਨ੍ਹਾਂ ਨੂੰ ਕਿ MOS ਇੰਡੀਪੈਂਡੈਂਟ ਚਾਰਜ ਤੋਂ ਪ੍ਰਮੋਟ ਕਰਕੇ ਉਹਨਾਂ ਨੂੰ ਕੈਬਨਿਟ ਮੰਤਰੀ ਬਣਾ ਕੇ HRD ਮਿਨਿਸਟਰੀ ਦੇ ਵਿੱਚ ਭੇਜਿਆ ਗਿਆ ਹੈ। M ਵੈਂਕਈਆ ਨਾਇਡੂ ਦੀ ਗੱਲ ਕਰਦੇ ਹਾਂ, ਉਹਨਾਂ ਤੋਂ ਪਾਰਲੀਮੈਂਟਰੀ ਅਫੇਅਰਸ ਮਿਨਿਸਟਰੀ ਲੈ ਲਈ ਗਈ ਹੈ। ਫਿਲਹਾਲ ਉਹਨਾਂ ਦੇ ਕੋਲ ਅਰਬਨ ਡਿਵੈਲਪਮੈਂਟ, ਹਾਊਸਿੰਗ ਐਂਡ ਅਰਬਨ ਪੋਵਰਟੀ ਐਲੀਵੀਏਸ਼ਨ ਮਿਨਿਸਟਰੀ ਹੈ। DV ਸਦਾਨੰਦ ਗੌੜਾ ਜੋ ਕਿ ਪਹਿਲਾਂ ਜਿਨ੍ਹਾਂ ਨੂੰ ਕਾਨੂੰਨ ਮੰਤਰਾਲਾ ਦਿੱਤਾ ਗਿਆ ਸੀ, ਉਹਨਾਂ ਤੋਂ ਕਾਨੂੰਨ ਮੰਤਰਾਲਾ ਖੋ ਕੇ ਰਵੀ ਸ਼ੰਕਰ ਪ੍ਰਸਾਦ ਨੂੰ ਦਿੱਤਾ ਗਿਆ ਹੈ ਅਤੇ DV ਸਦਾਨੰਦ ਗੌੜਾ ਦੇ ਕੋਲ ਰਹਿ ਗਿਆ ਹੈ ਸਟੈਟਿਸਟਿਕਸ ਐਂਡ ਪ੍ਰੋਗਰਾਮ ਇੰਪਲੀਮੈਂਟੇਸ਼ਨ ਮੰਤਰਾਲਾ। ਇਸ ਦੇ ਨਾਲ ਹੀ ਅਨੰਤ ਕੁਮਾਰ ਦੇ ਕੋਲ ਪਹੁੰਚਿਆ ਹੈ ਪਾਰਲੀਮੈਂਟ ਅਫੇਅਰਸ ਮਿਨਿਸਟਰੀ, ਯਾਨੀ ਕਿ ਹੁਣ ਸੰਸਦੀ ਕਾਰਜ ਮੰਤਰੀ ਹੋਣਗੇ ਅਨੰਤ ਕੁਮਾਰ, ਤੇ ਕੈਮੀਕਲ ਐਂਡ ਫਰਟੀਲਾਈਜ਼ਰ ਉਹਨਾਂ ਦੇ ਕੋਲ ਹੈ। ਰਵੀ ਸ਼ੰਕਰ ਪ੍ਰਸਾਦ ਬਣੇ ਨੇ ਦੇਸ਼ ਦੇ ਨਵੇਂ ਕਾਨੂੰਨ ਮੰਤਰੀ, ਲਾਅ ਐਂਡ ਜਸਟਿਸ ਉਹਨਾਂ ਦੇ ਕੋਲ ਹੈ, ਇਲੈਕਟ੍ਰੋਨਿਕਸ ਐਂਡ ਇਨਫੋਰਮੇਸ਼ਨ ਟੈਕਨੋਲੋਜੀ ਉਹਨਾਂ ਦੇ ਕੋਲ ਹੈ। ਇਸ ਦੇ ਨਾਲ ਹੀ ਨਰਿੰਦਰ ਸਿੰਘ ਤੋਮਰ ਜਿਨ੍ਹਾਂ ਨੂੰ ਕਿ ਰੂਰਲ ਡਿਵੈਲਪਮੈਂਟ ਦਿੱਤਾ ਗਿਆ ਹੈ। ਰੂਰਲ ਡਿਵੈਲਪਮੈਂਟ ਮਿਨਿਸਟਰ ਪਹਿਲਾਂ ਚੌਧਰੀ ਬੀਰੇਂਦਰ ਸਿੰਘ ਹੋਇਆ ਕਰਦੇ ਸਨ ਤੇ ਹੁਣ ਨਰਿੰਦਰ ਸਿੰਘ ਤੋਮਰ ਨੂੰ ਇਹ ਮਿਨਿਸਟਰੀ ਦੇ ਦਿੱਤੀ ਗਈ ਹੈ ਤੇ ਚੌਧਰੀ ਬੀਰੇਂਦਰ ਸਿੰਘ ਨੂੰ ਇਧਰੋਂ ਚੇਂਜ ਕਰਕੇ ਸਟੀਲ ਮਿਨਿਸਟਰੀ ਦੇ ਵਿੱਚ ਭੇਜਿਆ ਗਿਆ ਹੈ। ਸਾਲ 2014 ਦੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਨਰਿੰਦਰ ਮੋਦੀ ਨੇ ਸਿਮਰਤੀ ਇਰਾਨੀ ਨੂੰ ਇਲੈਕਸ਼ਨ ਕੈਂਪੇਨ ਦੇ ਦੌਰਾਨ ਆਪਣੀ ਭੈਣ ਕਰਾਰ ਦਿੱਤਾ ਸੀ। ਉਸ ਤੋਂ ਬਾਅਦ ਹੀ ਇਹ ਮੰਨਿਆ ਜਾਂਦਾ ਸੀ ਤੇ ਉਸ ਸਮੇਂ ਵੀ ਇਹ ਮੰਨਿਆ ਜਾਂਦਾ ਸੀ ਕਿ ਸਿਮਰਤੀ ਇਰਾਨੀ ਪ੍ਰਧਾਨ ਮੰਤਰੀ ਦੇ ਕਾਫੀ ਕਲੋਜ਼ ਹਨ। ਮਗਰ ਜਦੋਂ ਉਹਨਾਂ ਨੂੰ HRD ਮਿਨਿਸਟਰ ਬਣਾਇਆ ਗਿਆ ਉਸ ਤੋਂ ਬਾਅਦ ਸਮੇਂ-ਸਮੇਂ ਤੇ ਇਹ ਖਬਰਾਂ ਆਉਂਦੀਆਂ ਰਹੀਆਂ ਕਿ ਉਹ ਕਈ ਬਿਊਰੋਕਰੇਟਸ, ਕਈ ਸੀਨੀਅਰ ਅਧਿਕਾਰੀਆਂ ਦੇ ਨਾਲ ਚੰਗੀ ਤਰ੍ਹਾਂ ਬਿਹੇਵ ਨਹੀਂ ਕਰਦੇ। ਇਸ ਦੇ ਨਾਲ ਹੀ ਕਈ ਵਿਵਾਦ, 10-15 ਤਾਂ ਅਜਿਹੇ ਵਿਵਾਦ ਨੇ ਜਿਹੜੇ ਕਿ ਮੀਡੀਆ ਦੇ ਵਿੱਚ ਸੁਰਖੀਆਂ ਬਣੇ, ਜਿਸ ਦੇ ਵਿੱਚੋਂ ਰੀਸੈਂਟ ਵਿਵਾਦਾਂ ਦੀ ਜੇ ਗੱਲ ਕਰੀਏ ਤਾਂ JNU ਦਾ ਵਿਵਾਦ, ਤੇ ਇਸ ਦੇ ਨਾਲ ਹੀ ਦੂਜਾ ਵਿਵਾਦ ਸੀ ਰੋਹਿਤ ਵੇਮੁਲਾ ਜੋ ਕਿ ਹੈਦਰਾਬਾਦ ਯੂਨੀਵਰਸਿਟੀ ਦੇ ਵਿੱਚ ਹੋਇਆ। ਤੇ ਇਹ ਵਿਵਾਦ ਜਦੋਂ ਅਨਫੋਲਡ ਹੁੰਦੇ ਗਏ ਤਾਂ ਕੁੱਲ ਮਿਲਾ ਕੇ ਇਹਨਾਂ ਦੇ ਕਾਰਨ ਹੀ ਇਹ ਮੰਨਿਆ ਜਾ ਰਿਹਾ ਹੈ ਕਿ ਸਿਮਰਤੀ ਇਰਾਨੀ ਦੀ ਕੁਰਸੀ ਗਈ ਹੈ। ਹਾਲਾਂਕਿ ਇੱਕ ਦੂਜਾ ਪੱਖ ਇਹ ਵੀ ਮੰਨਦਾ ਹੈ ਜੋ ਕਿ ਪੋਲੀਟੀਕਲ ਮਾਹਿਰ ਨੇ, ਜੋ ਕਿ ਸਿਆਸੀ ਮਾਹਿਰ ਨੇ, ਉਹ ਇਹ ਵੀ ਕਹਿੰਦੇ ਨੇ ਕਿ ਸਿਮਰਤੀ ਇਰਾਨੀ ਨੂੰ ਘੱਟ ਰਿਸਪੌਂਸਿਬਿਲਟੀ ਵਾਲੀ ਮਿਨਿਸਟਰੀ ਤਾਂ ਕਰਕੇ ਦਿੱਤੀ ਗਈ ਹੈ ਤਾਂ ਜੋ ਉਹਨਾਂ ਨੂੰ BJP ਦੇ ਵੱਲੋਂ ਐਜ਼ ਅ ਸੀਨੀਅਰ ਲੀਡਰ ਉੱਤਰ ਪ੍ਰਦੇਸ਼ ਦੇ ਵਿੱਚ ਪ੍ਰੋਜੈਕਟ ਕੀਤਾ ਜਾ ਸਕੇ। राजनीति ਦੇ ਵਿੱਚ 2 ਸਾਲ ਦਾ ਵਕਫਾ ਲੰਬਾ ਹੋ ਸਕਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੇ ਅੰਦਰ ਤੇ ਬਾਹਰ ਸਾਰੇ ਹੀ ਲੋਕਾਂ ਨੂੰ ਹੈਰਾਨ ਕਰਦਿਆਂ ਹੋਇਆਂ ਸਮ੍ਰਿਤੀ ਇਰਾਨੀ ਨੂੰ ਆਪਣੀ ਕੈਬਨਿਟ ਦੇ ਵਿੱਚੋਂ ਮਾਨਵ ਸੰਸਾਧਨ ਵਿਕਾਸ ਮੰਤਰੀ ਬਣਾਇਆ ਸੀ। ਉਸ ਵੇਲੇ ਟੀਵੀ ਸਟਾਰ ਸਮ੍ਰਿਤੀ ਇਰਾਨੀ ਨੂੰ ਆਪਣੇ ਕੱਦ ਤੋਂ ਬੇहद ਉੱਚਾ ਅਹੁਦਾ ਮਿਲਿਆ ਸੀ। ਖਾਸ ਗੱਲ ਇਹ ਵੀ ਸੀ ਕਿ ਲੋਕ ਸਭਾ ਚੋਣਾਂ ਦੌਰਾਨ ਅਮੇਠੀ ਸੀਟ ਤੋਂ ਰਾਹੁਲ ਗਾਂਧੀ ਨੂੰ ਚੁਣੌਤੀ ਦੇਣ ਵਾਲੀ ਸਮ੍ਰਿਤੀ ਇਰਾਨੀ ਉਸ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਵੀ ਕਰ ਚੁੱਕੀ ਸੀ ਜਦੋਂ ਉਹ ਗੁਜਰਾਤ ਦੇ ਮੁੱਖ ਮੰਤਰੀ ਸਨ। ਸਮ੍ਰਿਤੀ ਇਰਾਨੀ ਨੂੰ ਸਿੱਖਿਆ ਮੰਤਰੀ ਬਣਾਏ ਜਾਣ ਨੂੰ ਲੈ ਕੇ ਇਸ ਲਈ ਵੀ ਸਵਾਲ ਉੱਠੇ ਸਨ ਕਿਉਂਕਿ ਉਹਨਾਂ ਦੀ ਡਿਗਰੀ ਤੇ ਵੀ ਵਿਵਾਦ ਸੀ।
ਉਦੋਂ ਸਮ੍ਰਿਤੀ ਇਰਾਨੀ ਦਾ ਸਿੱਖਿਆ ਮੰਤਰੀ ਬਣਨਾ ਉਹਨਾਂ ਦੇ ਰਾਜਨੀਤਿਕ ਕੈਰੀਅਰ ਦੇ ਲਾਂਚ ਪੈਡ ਦੇ ਤੌਰ ਤੇ ਵੇਖਿਆ ਜਾ ਰਿਹਾ ਸੀ। ਸਮ੍ਰਿਤੀ ਤੇ ਹੋਣ ਵਾਲੇ ਵਿਰੋਧੀਆਂ ਦੇ ਹਮਲੇ ਦੌਰਾਨ ਵੀ ਸਰਕਾਰ ਪੂਰੀ ਤਰ੍ਹਾਂ ਉਹਨਾਂ ਦੇ ਪੱਖ ਦੇ ਵਿੱਚ ਖੜੀ ਦਿਖਾਈ ਦਿੱਤੀ, ਜਿਸ ਨਾਲ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਇਰਾਨੀ ਨੂੰ ਵੱਡੀ ਭੂਮਿਕਾ ਦੇ ਵਿੱਚ ਲਿਆਏ ਜਾਣ ਦੀ ਤਿਆਰੀ ਚੱਲ ਰਹੀ ਹੈ। ਵਿਵਾਦਿਤ ਮੁੱਦਿਆਂ ਤੇ ਸਮ੍ਰਿਤੀ ਇਰਾਨੀ ਦਾ ਐਗਰੈਸਿਵ ਰੁਖ, ਖਾਸ ਤੌਰ ਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨੂੰ ਲੈ ਕੇ ਹੋਏ ਵਿਵਾਦ ਦੇ ਵਿੱਚ ਉਹਨਾਂ ਦੇ ਤਿੱਖੇ ਤੇਵਰਾਂ ਨੇ ਸੰਘ ਪਰਿਵਾਰ ਦੇ ਵਿੱਚ ਵੀ ਉਹਨਾਂ ਦਾ ਅਕਸ ਵੱਡਾ ਕਰ ਦਿੱਤਾ ਸੀ। ਇੱਥੋਂ ਤੱਕ ਕਿ ਉਹਨਾਂ ਨੂੰ ਉੱਤਰ ਪ੍ਰਦੇਸ਼ ਦਾ ਸੀਐਮ ਕੈਂਡੀਡੇਟ ਬਣਾਏ ਜਾਣ ਦੀ ਚਰਚਾ ਵੀ ਪਿਛਲੇ ਦਿਨਾਂ ਤੋਂ ਕਾਫੀ ਜ਼ੋਰਾਂ ਸ਼ੋਰਾਂ ਦੇ ਨਾਲ ਸਾਹਮਣੇ ਆ ਰਹੀਆਂ ਨੇ। ਹਾਲਾਂਕਿ ਹੁਣ ਉਹਨਾਂ ਨੂੰ ਟੈਕਸਟਾਈਲ ਮਿਨਿਸਟਰੀ ਵਿੱਚ ਭੇਜਿਆ ਜਾਣਾ ਉਹਨਾਂ ਦਾ ਡਿਮੋਸ਼ਨ ਮੰਨਿਆ ਜਾ ਰਿਹਾ ਹੈ। ਸਮ੍ਰਿਤੀ ਇਰਾਨੀ ਦੇ ਕੱਦ ਨੂੰ ਘੱਟ ਕਰਨਾ ਉਹਨਾਂ ਦੇ ਲਈ ਇੱਕ ਤਰ੍ਹਾਂ ਦਾ ਵੱਡਾ ਝਟਕਾ ਹੈ। ਮਾਹਿਰਾਂ ਮੁਤਾਬਿਕ ਵਿਵਾਦਿਤ ਮਸਲਿਆਂ ਤੇ ਲਚੀਲਾ ਰੁਖ ਨਾ ਅਪਣਾਉਣ ਦੇ ਚਲਦਿਆਂ ਇਰਾਨੀ ਨੂੰ ਇਹ ਨੁਕਸਾਨ ਚੁੱਕਣਾ ਪਿਆ ਹੈ। ਵਿਰੋਧੀਆਂ ਤੇ ਹਮਲੇ ਦੌਰਾਨ ਇਰਾਨੀ ਨੇ ਜਿਸ ਤਰ੍ਹਾਂ ਦੇ ਨਾਲ ਅਗਰੈਸਿਵ ਰੁਖ ਦਿਖਾਇਆ, ਉਸ ਦੇ ਨਾਲ ਪਾਰਟੀ ਤੇ ਸਰਕਾਰ ਦੇ ਕੁਝ ਲੋਕ ਵੀ ਅਸਹਿਜ ਦਿਖਾਈ ਦਿੱਤੇ। ਇੱਥੋਂ ਤੱਕ ਕਿ ਇਰਾਨੀ ਤੇ ਉਹਨਾਂ ਦੇ ਸਮਰਥਕਾਂ ਨੇ ਕਿਸੇ ਵੀ ਤਰ੍ਹਾਂ ਦੀ ਸਲਾਹ ਨੂੰ ਸਹੀ ਤਰੀਕੇ ਦੇ ਨਾਲ ਲੈਣ ਦੀ ਬਜਾਏ ਆਪਣੇ ਆਪ ਨੂੰ ਹੇਠਾਂ ਦਿਖਾਉਣ ਵਾਲਾ ਮੰਨਿਆ। ਹਾਲਾਂਕਿ ਇਰਾਨੀ ਨੇ ਭਾਜਪਾ ਦੇ ਸੰਗਠਨ RSS ਦੇ ਅਧਿਕਾਰੀਆਂ ਦੇ ਨਾਲ ਆਪਣੇ ਸੰਬੰਧ ਸੁਹੇਲੇ ਬਣਾਏ ਰੱਖੇ, ਪਰ ਪਾਰਟੀ ਤੇ ਵਿਭਾਗ ਦੇ ਵਿੱਚ ਬੈਲੈਂਸ ਸਥਾਪਿਤ ਨਹੀਂ ਹੋ ਸਕਿਆ। ਇੱਥੋਂ ਤੱਕ ਕਿ ਉਹਨਾਂ ਦੇ ਮੰਤਰਾਲੇ ਦੇ ਕਈ ਅਧਿਕਾਰੀ ਵੀ ਉਹਨਾਂ ਦੀ ਨਹੀਂ ਸੁਣਦੇ ਸਨ। ਕੁਝ ਅਫਸਰਾਂ ਨੇ ਤਾਂ ਮਿਨਿਸਟਰੀ ਛੱਡਣ ਦਾ ਵੀ ਫੈਸਲਾ ਕਰ ਲਿਆ। ਇਸ ਤੋਂ ਇਲਾਵਾ ਉਹਨਾਂ ਦਾ ਮੰਤਰਾਲੇ ਸਪੀਡ ਦੇ ਨਾਲ ਕੰਮ ਨਹੀਂ ਕਰ ਰਿਹਾ ਸੀ, ਜਿੰਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਹੁੰਦੇ ਸਨ। ਬੀਤੇ ਕੁਝ ਮਹੀਨਿਆਂ ਦੇ ਵਿੱਚ ਮਾਨਵ ਸੰਸਾਧਨ ਵਿਕਾਸ ਨੀਤੀ ਆਯੋਗ ਦੇ ਵਿੱਚ ਵੀ ਐਕ੍ਰੀਡੇਸ਼ਨ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਸੀ। ਇਰਾਨੀ ਨੇ ਇਸ ਨੂੰ ਆਪਣੇ ਮੰਤਰਾਲੇ ਦੇ ਵਿੱਚ ਦਖਲਅੰਦਾਜ਼ੀ ਦੀ ਤਰ੍ਹਾਂ ਲਿਆ। ਕੁਝ ਕਾਰਨਾਂ ਕਰਕੇ ਇਰਾਨੀ ਸੰਘ ਪਰਿਵਾਰ ਦਾ ਭਰੋਸਾ ਜਿੱਤਣ ਦੇ ਵਿੱਚ ਤਾਂ ਜ਼ਰੂਰ ਕਾਮਯਾਬ ਰਹੀ, ਪਰ ਪ੍ਰਾਈਵੇਟ ਸੈਕਟਰ ਦੇ ਵਿੱਚ ਉਸ ਨੂੰ ਨਿਰਾਸ਼ਾ ਹੀ ਹਾਸ ਲੱਗੀ। ਇੱਥੋਂ ਤੱਕ ਕਿ ਜਦ ਉਹਨਾਂ ਨੇ ਡੀਮਡ ਯੂਨੀਵਰਸਿਟੀ ਦੇ ਨਿਯਮਾਂ ਦੇ ਵਿੱਚ ਕੁਝ ਢਿੱਲ ਦੇਣ ਤੇ ਸਹਿਮਤੀ ਜਤਾਈ, ਤਾਂ ਉਦੋਂ ਇਹ ਮੰਨਿਆ ਗਿਆ ਕਿ ਭਾਜਪਾ ਦੇ ਨਾਲ ਨਜ਼ਦੀਕੀ ਰੱਖਣ ਵਾਲੇ ਤਾਕਤਵਰ ਐਜੂਕੇਸ਼ਨ ਲੌਬੀ ਤੇ ਦਬਾਅ ਕਰਕੇ ਹੀ ਇਹ ਹੋਇਆ ਹੈ। ਇੱਥੋਂ ਤੱਕ ਕਿ IIM ਬਿੱਲ ਵੀ PMO ਤੇ ਸਿੱਖਿਆ ਵਿਭਾਗ ਦੇ ਵਿੱਚ ਮਤਭੇਦਾਂ ਦੇ ਚੱਲਦੇ ਲਟਕਿਆ ਹੋਇਆ ਹੈ। HRD ਮਿਨਿਸਟਰੀ ਦਾ ਕਹਿਣਾ ਸੀ ਕਿ IIM ਦੇ ਸੰਚਾਲਨ ਦੇ ਵਿੱਚ ਸਰਕਾਰ ਦਾ ਕੋਈ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ, ਜਿਵੇਂ ਕਿ IIT ਦੇ ਵਿੱਚ ਹੈ, ਪਰ ਇਸ ਮਸਲੇ ਤੇ PMO ਦੀ ਵੱਖਰੀ ਰਾਏ ਸੀ। ਪਿਛਲੇ ਕੁਝ ਮਹੀਨਿਆਂ ਦੇ ਵਿੱਚ ਇਰਾਨੀ ਨੇ ਆਪਣੇ ਰਵੱਈਏ ਦੇ ਵਿੱਚ ਬਦਲਾਅ ਦੀ ਕੋਸ਼ਿਸ਼ਾਂ ਕੀਤੀ, ਪਰ ਉਹਨਾਂ ਦੇ ਤਨਕ ਮਿਜ਼ਾਜੀ ਸੁਭਾਅ ਦੇ ਚੱਲਦਿਆਂ ਉਹਨਾਂ ਨੂੰ ਇਹ ਨੁਕਸਾਨ ਚੁੱਕਣਾ ਪਿਆ। ਇਸ ਵਾਰ ਦੇ ਕੈਬਨਿਟ ਰੀਸ਼ਫਲਿੰਗ ਦੇ ਵਿੱਚ 5 ਮੰਤਰੀਆਂ ਨੂੰ ਆਪਣੇ ਅਸਤੀਫੇ ਦੇਣੇ ਪਏ ਨੇ, ਜਿਸ ਦੇ ਵਿੱਚ ਰਾਮ ਸ਼ੰਕਰ ਕਠੇਰੀਆ ਸ਼ਾਮਿਲ ਨੇ। ਫਰਜ਼ੀ ਡਿਗਰੀ ਦਾ ਵਿਵਾਦ ਵੀ ਇਹਨਾਂ ਦੇ ਨਾਲ ਜੁੜਿਆ ਤੇ ਰੀਸੈਂਟਲੀ ਮੰਚ ਤੋਂ ਕੀ ਕੁਝ ਕਹਿ ਗਏ ਰਾਮ ਸ਼ੰਕਰ ਕਠੇਰੀਆ, ਉਹ ਉਹਨਾਂ ਨੂੰ ਵੀ ਨਹੀਂ ਪਤਾ ਚੱਲਿਆ, ਜਿਸ ਤੋਂ ਬਾਅਦ ਇਸ ਨੂੰ ਐਕਨੋਲੇਜ ਕਰਦੇ ਹੋਏ ਇਹੀ ਖਬਰ ਸਾਹਮਣੇ ਆਈ ਕਿ ਇਸ ਨੂੰ ਐਕਨੋਲੇਜ ਕਰਦੇ ਹੋਏ ਉਹਨਾਂ ਨੂੰ ਆਪਣੇ ਮੰਤਰੀ ਅਹੁਦੇ ਨੂੰ ਗਵਾਉਣਾ ਪਿਆ ਹੈ। ਇਸ ਦੇ ਨਾਲ ਹੀ ਮਨਸੁਖ ਵਸਾਵਾ ਜੋ ਕਿ ਆਦੀਵਾਸੀ ਮੰਤਰਾਲੇ ਦੇ ਵਿੱਚ ਸਨ, ਸਾਵਰ ਲਾਲ ਜਾਟ ਜੋ ਕਿ ਜਲ ਸੰਸਾਧਨ ਰਾਜ ਮੰਤਰੀ ਸਨ, ਨੌਨ ਪਰਫਾਰਮੈਂਸ ਦੇ ਕਾਰਨ ਮੰਨਿਆ ਜਾ ਰਿਹਾ ਹੈ ਕਿ ਇਹਨਾਂ ਨੂੰ ਕੱਢਿਆ ਗਿਆ ਹੈ। ਨਿਹਾਲ ਚੰਦ ਮੇਘਵਾਲ ਪਿਛਲੇ ਸਮੇਂ ਦੇ ਵਿੱਚ ਕਾਫੀ ਸੁਰਖੀਆਂ ਦੇ ਵਿੱਚ ਰਹੇ ਨੇ। ਨਿਹਾਲ ਚੰਦ ਰਸਾਇਣ ਮੰਤਰਾਲੇ ਦੇ ਵਿੱਚ ਸਨ ਤੇ ਉਹਨਾਂ ਨੂੰ ਵੀ ਰੇਪ ਕੇਸ ਦੇ ਵਿੱਚ ਨਾਮ ਸਾਹਮਣੇ ਆਉਣ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਹੈ। MK ਕੁੰਦਰੀਆ ਨੂੰ ਅਸਤੀਫਾ ਦੇਣਾ ਪਿਆ ਹੈ ਤੇ ਇਸ ਦੇ ਨਾਲ ਹੀ ਜਿਹੜੀ ਸਭ ਤੋਂ ਵੱਡੀ ਡਿਵੈਲਪਮੈਂਟ ਹੋਈ ਹੈ, ਸਿਰਫ ਇੱਕ ਮਿਨਿਸਟਰ ਨੂੰ ਪ੍ਰਮੋਟ ਕੀਤਾ ਗਿਆ ਹੈ, ਰਾਜ ਮੰਤਰੀ ਤੋਂ ਕੈਬਨਿਟ ਮੰਤਰੀ ਬਣਾਇਆ ਗਿਆ ਹੈ। ਹਾਲਾਂਕਿ ਮੰਨਿਆ ਇਹ ਜਾ ਰਿਹਾ ਸੀ ਕਿ ਸ਼ਾਇਦ ਪਿਊਸ਼ ਗੋਇਲ ਦਾ ਨਾਮ ਵੀ ਪ੍ਰਮੋਸ਼ਨ ਦੇ ਵਿੱਚ ਆ ਸਕਦਾ ਹੈ, ਧਰਮੇਂਦਰ ਪ੍ਰਧਾਨ ਦਾ ਨਾਮ ਵੀ ਇਸ ਪ੍ਰਮੋਸ਼ਨ ਦੇ ਵਿੱਚ ਆ ਸਕਦਾ ਹੈ, ਮਗਰ ਇਹਨਾਂ ਨੂੰ ਪ੍ਰਮੋਟ ਨਹੀਂ ਕੀਤਾ ਗਿਆ। ਕਿਉਂ ਨਹੀਂ ਕੀਤਾ ਗਿਆ, ਇਸ ਦਾ ਜਵਾਬ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਕਦੇ ਨੇ। ਮਗਰ ਜੋ ਪ੍ਰਮੋਸ਼ਨ ਮਿਲੀ ਹੈ ਉਹ ਸਿਰਫ ਮਿਲੀ ਹੈ ਪ੍ਰਕਾਸ਼ ਜਾਵੜੇਕਰ ਨੂੰ ਤੇ ਇਸ ਦੇ ਨਾਲ ਹੀ ਡਿਮੋਸ਼ਨ ਜੋ ਮਿਲੀ ਹੈ ਉਹ ਪਹਿਲਾਂ ਹੀ ਦੱਸ ਚੁੱਕੇ ਹਾਂ, ਮਗਰ ਹੋਰ 19 ਚਿਹਰਿਆਂ ਨੂੰ ਜਿਨ੍ਹਾਂ ਨੂੰ ਜਗ੍ਹਾ ਦਿੱਤੀ ਗਈ ਹੈ ਉਸ ਦੇ ਪਿੱਛੇ ਕੀ ਮੋਟਿਵ ਹੈ ਇਹ ਵੀ ਸਰਕਾਰ ਖੁਦ ਹੀ ਦੱਸ ਸਕਦੀ ਹੈ। मैं प्रकाश केशव जावड़ेकर, मैं फग्गन सिंह कुलस्ते, मैं SS आलूवालिया, मैं विजय गोयल विधि द्वारा स्थापित भारत के संविधान के प्रति सच्ची श्रद्धा और निष्ठा रखूंगी। ਨਰਿੰਦਰ ਮੋਦੀ ਸਰਕਾਰ ਦੇ 2 ਸਾਲ ਪੂਰੇ ਹੋਣ ਤੋਂ ਬਾਅਦ ਉਹਨਾਂ ਦੀ ਕੈਬਨਿਟ ਵਿੱਚ ਹੋਏ ਫੇਰ-ਬਦਲ ਵਿੱਚ ਕੁਝ ਮੰਤਰੀ ਘਾਟੇ ਵਿੱਚ ਰਹੇ ਤਾਂ ਕੁਝ ਨੂੰ ਮਿਲਿਆ ਪ੍ਰਮੋਸ਼ਨ। ਸੋ ਜਾਣਦੇ ਹਾਂ ਕਿ ਕੌਣ ਮੁਸਕਰਾਇਆ ਤੇ ਕੌਣ ਹੋਇਆ ਉਦਾਸ। ਪਹਿਲਾਂ ਗੱਲ ਕਰਦੇ ਹਾਂ ਡਿਮੋਸ਼ਨਸ ਦੀ। ਇਸ ਫੇਰ-ਬਦਲ ਵਿੱਚ ਜਿਸ ਦਾ ਨਾਂ ਸਭ ਤੋਂ ਜ਼ਿਆਦਾ ਚਰਚਾ ਵਿੱਚ ਹੈ ਉਹ ਨਾਂ ਹੈ ਸਮ੍ਰਿਤੀ ਇਰਾਨੀ ਦਾ। ਹੁਣ ਤੱਕ HRD ਮਿਨਿਸਟਰੀ ਸਾਂਭਣ ਵਾਲੀ ਸਮ੍ਰਿਤੀ ਇਰਾਨੀ ਨੂੰ ਘੱਟ ਮਹੱਤਵਪੂਰਨ ਕੱਪੜਾ ਮੰਤਰਾਲੇ ਥਮਾ ਦਿੱਤਾ ਗਿਆ। ਜੈਨ ਸਿਨਹਾ ਨੂੰ ਫਾਈਨਾਂਸ ਮਿਨਿਸਟਰੀ ਤੋਂ ਹਟਾ ਕੇ ਸਿਵਲ ਐਵੀਏਸ਼ਨ ਮੰਤਰਾਲਾ ਦਿੱਤਾ ਗਿਆ।
ਇਹ ਫੇਰ ਬਦਲ ਸਦਾਨੰਦ ਗੌੜਾ ਲਈ ਵੀ ਚੰਗਾ ਨਹੀਂ ਰਿਹਾ। ਉਹਨਾਂ ਤੋਂ ਕਾਨੂੰਨ ਮੰਤਰਾਲਾ ਜਿਹਾ ਅਹਿਮ ਵਿਭਾਗ ਲੈ ਲਿਆ ਗਿਆ। ਹੁਣ ਗੱਲ ਕਰਦੇ ਹਾਂ ਪ੍ਰਮੋਸ਼ਨਸ ਦੀ। ਇਸ ਫੇਰ ਬਦਲ ਦਾ ਸਭ ਤੋਂ ਜ਼ਿਆਦਾ ਫਾਇਦਾ ਪ੍ਰਕਾਸ਼ ਜਾਵੜੇਕਰ ਨੂੰ ਇਸ ਤਰ੍ਹਾਂ ਹੋਇਆ ਕਿ ਉਹਨਾਂ ਨੂੰ ਕੈਬਨਿਟ ਮਿਨਿਸਟਰ ਦਾ दर्जा मिल गया। मैं प्रकाश केशव जावड़ेकर ईश्वर की शपथ लेता हूं कि विधि द्वारा स्थापित भारत के संविधान के प्रति सच्ची श्रद्धा और निष्ठा रखूंगा। मैं भारत की स्मृति ईरानी की थां ਉਹ ਨਵੇਂ HRD ਮਿਨਿਸਟਰ ਬਣਾਏ ਗਏ ਨੇ। ਹੁਣ ਤੱਕ ਕੈਮੀਕਲ ਅਤੇ ਫਰਟੀਲਾਈਜ਼ਰ ਮਿਨਿਸਟਰੀ ਸਾਂਭ ਰਹੇ ਅਨੰਤ ਕੁਮਾਰ ਨੂੰ ਹੁਣ ਸੰਸਦੀ ਮਾਮਲਿਆਂ ਦਾ ਅਤਿਰਿਕਤ ਕਾਰਭਾਰ ਸੌਂਪਿਆ ਗਿਆ। ਸਟੀਲ ਐਂਡ ਮਾਈਨਸ ਮਿਨਿਸਟਰੀ ਤੋਂ ਹਟਾ ਕੇ ਨਰਿੰਦਰ ਸਿੰਘ ਤੋਮਰ ਨੂੰ ਰਾਜਨੀਤਿਕ ਰੂਪ ਤੋਂ ਅਹਿਮ ਰੂਰਲ ਡਿਵੈਲਪਮੈਂਟ, ਪੰਚਾਇਤੀ ਰਾਜ ਐਂਡ ਡਰਿੰਕਿੰਗ ਵਾਟਰ ਐਂਡ ਸੈਨੀਟੇਸ਼ਨ ਮਿਨਿਸਟਰ ਬਣਾਇਆ ਗਿਆ। IIT BHU ਗ੍ਰੈਜੂਏਟ ਵਰਤਮਾਨ ਵਿੱਚ ਰੇਲਵੇ ਰਾਜ ਮੰਤਰੀ ਮਨੋਜ ਸਿਨਹਾ ਨੂੰ ਹੁਣ ਹਾਈ ਪ੍ਰੋਫਾਈਲ ਟੈਲੀਕਾਮ ਮਿਨਿਸਟਰੀ ਵੀ ਮਿਲ ਗਈ ਹੈ। ਇਸ ਫੇਰਬਦਲ ਵਿੱਚ ਕੁਝ ਮੰਤਰੀ ਅਜਿਹੇ ਵੀ ਨੇ ਜਿਨ੍ਹਾਂ ਨੂੰ ਕੁਝ ਫਾਇਦਾ ਹੋਇਆ ਤਾਂ ਕੁਝ ਨੁਕਸਾਨ। ਅਜਿਹੇ ਇੱਕ ਮੰਤਰੀ ਵੈਂਕਈਆ ਨਾਇਡੂ ਤੋਂ ਸੰਸਦੀ ਕਾਰਜ ਮੰਤਰਾਲੇ ਲੈ ਕੇ ਉਹਨਾਂ ਨੂੰ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦਾ ਜ਼ਿੰਮਾ ਦਿੱਤਾ ਗਿਆ ਹੈ, ਜੋ ਕਿ ਵਿੱਤ ਮੰਤਰੀ ਅਰੁਣ ਜੇਟਲੀ ਹੁਣ ਤੱਕ ਵਾਧੂ ਪ੍ਰਭਾਵ ਦੇ ਤੌਰ ਤੇ ਵੇਖ ਰਹੇ ਸਨ। ਰਵੀ ਸ਼ੰਕਰ ਪ੍ਰਸਾਦ ਨੂੰ ਟੈਲੀਕਾਮ ਮਿਨਿਸਟਰੀ ਤੋਂ ਹਟਾ ਕੇ ਕਾਨੂੰਨ ਮੰਤਰਾਲੇ ਸੌਂਪਿਆ ਗਿਆ। ਕੈਬਨਿਟ ਵਿਸਤਾਰ ਦੀ ਗੱਲ ਕਰੀਏ ਤਾਂ ਇੱਕ ਹੋਰ ਨਾਮ ਚਰਚਾ ਵਿੱਚ ਰਿਹਾ ਅਤੇ ਉਹ ਨਾਮ ਹੈ ਕੇਂਦਰ ਵਿੱਚ NDA ਦੀ ਸਹਿਯੋਗੀ ਪਾਰਟੀ ਆਪਣਾ ਦਲ ਦੀ ਨੇਤਾ ਅਨੁਪ੍ਰਿਆ ਪਟੇਲ ਦਾ। ਮਹਿਜ਼ 35 ਸਾਲਾਂ ਦੀ ਉਮਰ ਵਿੱਚ ਅਨੁਪ੍ਰਿਆ ਇਸ ਕਾਉਂਸਲ ਆਫ ਮਿਨਿਸਟਰਸ ਦੀ ਸਭ ਤੋਂ ਘੱਟ ਉਮਰ ਦੀ ਮੰਤਰੀ ਬਣ ਚੁੱਕੀ ਹੈ। ਉਹਨਾਂ ਨੂੰ ਸਵਾਸਥ ਮੰਤਰਾਲਾ ਸੌਂਪਿਆ ਗਿਆ। ਉਹ ਨਵੇਂ ਜ਼ਰੂਰ ਨੇ ਪਰ ਮੰਤਰਾਲਾ ਖਾसा अहम है। जबकि ऐसे राज्य मंत्री के रूप में अपने कर्तव्यों के सम्यक निर्वहन के लिए ऐसा करना अपेक्षित हो, मैं प्रत्यक्ष अथवा अप्रत्यक्ष रूप से संसूचित या प्रकट नहीं करूंगी। फिलहाल एक छोटे ਜਿਹੇ ब्रेक ਲਈ रुक रहे हैं। ब्रेक तो बाद भी साडी एक खास पेशकश लगातार जारी है। इस वार दी रीशफलिंग सिमरती ईरानी दे लई शॉकिंग न्यूज़ लैके आई। सिमरती ईरानी नूं शायद अंदाज़ा भी नहीं होवेगा कि उन्हां नूं एक लो प्रोफाइल मिनिस्ट्री दे विच भेजिया जावेगा। हालांकि सूत्रां दे मुताबिक ये भी खबर मिली कि कई मंत्रियां नूं पहलां ही दस दिता गया सी कि उन्हां दी मिनिस्ट्रीज़ बदलियां जा रहीआं ने। हालांकि कुछ मंत्री ये भी कहंदे पाए गए कि उन्हां नूं इस बारे कोई जानकारी नहीं सी। अचानक ही उन्हां नूं इस बारे हैरानीजनक जिहड़ी है वो खबर मिली। ਜਦੋਂ ਇਹ ਰੀਸ਼ਫਲਿੰਗ ਹੋਈ ਉਸ ਤੋਂ ਬਾਅਦ ਸਰਕਾਰ ਦੇ ਵੱਲੋਂ ਵੀ ਬਿਆਨ ਆਇਆ ਕਿ ਇਸ ਨੂੰ ਕਿਸੇ ਵੀ ਤਰ੍ਹਾਂ ਕਿਸੇ ਮੰਤਰੀ ਨੂੰ ਸਜ਼ਾ ਜਾਂ ਕਿਸੇ ਮੰਤਰੀ ਨੂੰ ਜ਼ਿਆਦਾ ਐਪਰੀਸੀਏਸ਼ਨ ਨਾ ਦੱਸਿਆ ਜਾਵੇ, ਬਲਕਿ ਇਹ ਸਿਰਫ ਕੰਮਕਾਜ ਦੇ ਵਿੱਚ ਵਰਕ ਦੇ ਵਿੱਚ ਫੇਰ ਬਦਲ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਤਰੀ ਪਰਿਸ਼ਦ ਦੇ ਵਿੱਚ ਫੇਰ ਬਦਲ ਕਰਕੇ ਜਿੱਥੇ ਸਮਾਜਿਕ ਤੇ ਖੇਤਰੀ ਬੈਲੈਂਸ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਉੱਥੇ ਹੀ ਕਈ ਅਹਿਮ ਰਾਜਨੀਤਿਕ ਸੁਨੇਹੇ ਵੀ ਦਿੱਤੇ ਨੇ। ਇਸ ਦੀ ਛਾਪ ਆਉਣ ਵਾਲੇ ਦਿਨਾਂ ਦੇ ਵਿੱਚ ਮੰਤਰੀ ਪਰਿਸ਼ਦ ਦੀ ਕਾਰਜ ਪ੍ਰਣਾਲੀ ਤੇ ਦੇਖੀ ਜਾ ਸਕੇਗੀ। ਪ੍ਰਧਾਨ ਮੰਤਰੀ ਮੋਦੀ ਨੇ ਕੈਬਨਿਟ ਫੇਰਬਦਲ ਦੇ ਜ਼ਰੀਏ ਮੁੱਖ ਰੂਪ ਦੇ ਵਿੱਚ ਜੋ ਸੁਨੇਹੇ ਦਿੱਤੇ ਨੇ ਉਹ ਇਸ ਤਰ੍ਹਾਂ ਨੇ। ਸਭ ਤੋਂ ਪਹਿਲਾਂ ਲੋ ਪ੍ਰੋਫਾਈਲ ਰਹਿ ਕੇ ਚੰਗਾ ਕੰਮ ਕਰਨ ਵਾਲਿਆਂ ਦਾ ਸਨਮਾਨ ਕੀਤਾ ਗਿਆ, ਪਰ ਕੰਮ ਦੇ ਵਿੱਚ ਢਿਲਾਈ ਦਿਖਾਉਣ ਵਾਲੇ ਤੇ ਸਰਕਾਰ ਤੇ ਪਾਰਟੀ ਲਾਈਨ ਤੋਂ ਹਟ ਕੇ ਬਿਆਨਬਾਜ਼ੀ ਕਰਨ ਵਾਲੇ ਮੰਤਰੀਆਂ ਨੂੰ ਡਿਮੋਟ ਕੀਤਾ ਗਿਆ। ਕਈ ਵੱਡੇ ਮੰਤਰੀਆਂ ਦੇ ਅਹੁਦਿਆਂ ਦੇ ਨਾਲ ਛੇੜਛਾੜ ਨਹੀਂ ਕੀਤੀ ਗਈ ਹੈ, ਪਰ ਸਾਫ਼ ਤੌਰ ਤੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਹ ਕੰਮ ਕਰਨ ਦਾ ਵੇਲਾ ਹੈ ਤੇ ਇਹ ਇਸ ਗੱਲ ਦਾ ਵੀ ਸੁਨੇਹਾ ਹੈ ਕਿ ਭਵਿੱਖ ਵਿੱਚ ਰਾਜਨੀਤਿਕ ਕੱਦ ਦੀ ਬਜਾਏ ਪਰਫਾਰਮੈਂਸ ਨੂੰ ਮਹੱਤਵ ਦਿੱਤਾ ਜਾਏਗਾ। ਸਿੱਖਿਆ, ਗ੍ਰਾਮੀਣ ਵਿਕਾਸ, ਸ਼ੌਚਾਲਿਆ ਨਿਰਮਾਣ, ब्रॉडबैंड कनेक्टिविटी वर्गे अहम सैक्टर्स ਦੇ ਵਿੱਚ ਤੇਜ਼ੀ ਦੇ ਨਾਲ ਕੰਮ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਪਹਿਲ ਦਿੱਤੀ ਹੈ। ਇਸ ਦੇ ਚੱਲਦਿਆਂ ਹੀ ਇਹਨਾਂ ਸੈਕਟਰਸ ਦੇ ਵਿੱਚ ਕਮਜ਼ੋਰ ਸਾਬਿਤ ਹੋਣ ਵਾਲੇ ਮੰਤਰੀਆਂ ਨੂੰ ਫੇਰਬਦਲ ਕਰ ਦਿੱਤਾ ਗਿਆ। ਇਸ ਫੇਰਬਦਲ ਦੇ ਵਿੱਚ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਗੁਜਰਾਤ ਤੇ ਕਰਨਾਟਕ ਦੇ ਰਾਜਨੀਤਿਕ ਸਮੀਕਰਨਾਂ ਨੂੰ ਬੰਨਣ ਦੇ ਲਈ ਉਦਮ ਵੀ ਕੀਤਾ ਗਿਆ। ਆਉਣ ਵਾਲੀ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਹੀ ਮੰਤਰੀਆਂ ਨੂੰ ਕੈਬਨਿਟ ਦੇ ਵਿੱਚ ਸ਼ਾਮਿਲ ਕੀਤਾ ਗਿਆ। ਜਾਤ ਤੇ ਸਮੁਦਾਇ ਦੇ ਸੰਤੁਲਨ ਨੂੰ ਵੀ ਧਿਆਨ ਦੇ ਵਿੱਚ ਰੱਖਿਆ ਗਿਆ ਹੈ। ਖਾਸ ਤੌਰ ਤੇ ਯੂਪੀ ਵਰਗੇ ਸੂਬੇ ਦੇ ਵਿੱਚ ਇਸ ਨੂੰ ਸਾਧਨ ਦਾ ਪੂਰੀ ਕੋਸ਼ਿਸ਼ ਕੀਤੀ ਗਈ ਹੈ।
ਵੱਡੇ ਖਿਡਾਰੀਆਂ ਦੇ ਨਾਲ ਟੀਮ ਵਰਕ ਵੀ ਮਾਇਨੇ ਰੱਖਦਾ ਹੈ। ਮੋਦੀ ਕੈਬਨਿਟ ਦੇ ਵਿੱਚ ਹੁਣ ਮੰਤਰੀਆਂ ਦੀ ਗਿਣਤੀ 78 ਹੋ ਗਈ ਹੈ, ਜਦਕਿ ਨਿਯਮਾਂ ਦੇ ਮੁਤਾਬਿਕ ਮੰਤਰੀ ਪਰਿਸ਼ਦ ਦੇ ਵਿੱਚ ਮੰਤਰੀਆਂ ਦੀ ਵੱਧ ਤੋਂ ਵੱਧ ਤਾਦਾਦ 82 ਹੋ ਸਕਦੀ ਹੈ। यूपीए 2 ਦੇ ਵਿੱਚ 2013 ਦੌਰਾਨ 77 ਮੰਤਰੀ ਸਨ ਤੇ ਹੁਣ ਇਸ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਚੋਣ ਵਾਅਦੇ ਤੇ ਸਵਾਲ ਉੱਠੇ ਨੇ, ਜਿਸ ਵਿੱਚ ਉਹਨਾਂ ਕਿਹਾ ਸੀ ਕਿ ਮੈਕਸਿਮਮ ਗਵਰਨੈਂਸ ਦਿੱਤੀ ਜਾਏਗੀ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਵਾਅਦਾ ਵੀ ਕੀਤਾ ਸੀ ਕਿ ਉਹ ਆਪਣੇ ਮੰਤਰੀ ਮੰਡਲ ਦੇ ਵਿੱਚ 75 ਤੋਂ ਵਧੇਰੇ ਨੇਤਾਵਾਂ ਨੂੰ ਥਾਂ ਨਹੀਂ ਦੇਣਗੇ, ਪਰ ਬਾਵਜੂਦ ਇਸ ਦੇ ਕਲਰਾਜ ਮਿਸ਼ਰ ਨੂੰ ਮੰਤਰੀ ਬਣਾਏ ਰੱਖਿਆ ਹੈ, ਕਿਉਂਕਿ ਉੱਤਰ ਪ੍ਰਦੇਸ਼ ਦੇ ਚੋਣ ਦੇ ਮੱਦੇਨਜ਼ਰ ਭਾਜਪਾ ਦਾ ਮੁੱਖ ਬ੍ਰਾਹਮਣ ਚਿਹਰਾ ਹੈ। 10 ਨਵੇਂ ਮੰਤਰੀ ਅਜਿਹੇ ਹਨ ਜੋ 60 ਦੀ ਉਮਰ ਤੋਂ ਵਧੇਰੇ ਦੇ ਹਨ, ਪਰ 5 ਅਜਿਹੇ ਮੰਤਰੀ ਵੀ ਬਣਾਏ ਗਏ ਹਨ ਜੋ 50 ਦੀ ਉਮਰ ਤੋਂ ਘੱਟ ਹਨ। ਇਹਨਾਂ ਵਿੱਚੋਂ ਸਭ ਤੋਂ ਘੱਟ ਉਮਰ ਦੀ ਅਨੁਪ੍ਰਿਆ ਪਟੇਲ ਜੋ ਕਿ 35 ਸਾਲ ਦੀ ਹੈ। ਭਾਜਪਾ ਦੇ ਸਹਿਯੋਗੀ ਦਲ ਬਦਲਾਅ ਤੋਂ ਖਫਾ ਹਨ। ਨਵੇਂ 19 ਮੰਤਰੀਆਂ ਵਿੱਚੋਂ 2 ਹੀ ਅਹੁਦੇ ਸਹਿਯੋਗੀ ਦਲ ਆਰਪੀਆਈ ਤੇ ਆਪਣਾ ਦਲ ਨੂੰ ਦਿੱਤੇ ਗਏ ਹਨ। शिव सेना ਤੇ ਅਕਾਲੀ ਦਲ ਨੂੰ ਇਸ ਵਿੱਚ ਕੁਝ ਨਹੀਂ ਮਿਲਿਆ। शिव सेना ਨੇ ਨਾਰਾਜ਼ਗੀ ਜਤਾ ਦਿੱਤੀ ਹੈ। ਸੂਤਰਾਂ ਮੁਤਾਬਿਕ शिव सेना ਕੈਬਨਿਟ ਮੰਤਰੀ ਦੇ ਘੱਟ ਤੋਂ ਰਾਜ਼ੀ ਨਹੀਂ ਹੋਈ ਸੀ। ਭਾਜਪਾ ਮਹਾਰਾਸ਼ਟਰ ਦੇ ਦਲਿਤ ਨੇਤਾ ਰਾਮਦਾਸ ਅਠਾਵਲੇ ਨੂੰ ਵਧੇਰੇ ਅਸਰਦਾਰ ਮੰਨਦੀ ਹੈ। ਭੜਕਾਊ ਬਿਆਨਬਾਜ਼ੀ ਦੇ ਕੇ ਕੱਟੜਪੰਥੀ ਛਵੀ ਬਣਾਉਣ ਵਾਲੇ ਨੇਤਾਵਾਂ ਨੂੰ ਵੀ ਦਰਕਨਾਰ ਕਰ ਦਿੱਤਾ ਗਿਆ ਹੈ। ਹਾਲ ਹੀ ਵਿੱਚ ਵਿਵਾਦਿਤ ਬਿਆਨ ਦੇ ਨਾਲ ਚਰਚਾ ਵਿੱਚ ਆਏ ਰਾਮ ਸ਼ੰਕਰ ਕਠੇਰੀਆ ਨੂੰ ਹਟਾ ਦਿੱਤਾ ਗਿਆ। चर्चा सी कि गोरखपुर तो भाजपा सांसद योगी आदित्यनाथ ਨੂੰ ਮੰਤਰੀ ਬਣਾਇਆ ਜਾਏਗਾ, ਪਰ ਅਜਿਹਾ ਨਹੀਂ ਹੋਇਆ। ਸੰਸਕ੍ਰਿਤੀ ਤੇ ਨਾਗਰਿਕ ਉਡਿਆਨ ਰਾਜ ਮੰਤਰੀ ਮਹੇਸ਼ ਸ਼ਰਮਾ ਤੇ ਕ੍ਰਿਸ਼ੀ ਰਾਜ ਮੰਤਰੀ ਸੰਜੀਵ ਬਾਲਿਆਨ ਦੀ ਤਰੱਕੀ ਦੀ ਅਟਕਲਾਂ ਵੀ ਸੱਚ ਸਾਬਿਤ ਨਹੀਂ ਹੋਈਆਂ। 5 ਰਾਜ ਮੰਤਰੀ ਕੈਬਨਿਟ ਤੋਂ ਬਾਹਰ ਕਰ ਦਿੱਤੇ ਗਏ ਹਨ। ਇਹ ਹਨ ਰਾਮ ਸ਼ੰਕਰ ਕਠੇਰੀਆ ਜੋ ਕਿ ਉੱਤਰ ਪ੍ਰਦੇਸ਼ ਤੋਂ ਹਨ, ਸਾਵਰ ਲਾਲ ਜਾਟ ਜੋ ਕਿ ਰਾਜਸਥਾਨ ਤੋਂ ਹਨ, M.K. ਕੁੰਦਰੇ ਜੋ ਕਿ ਗੁਜਰਾਤ ਤੋਂ ਹਨ, ਨਿਹਾਲ ਚੰਦ ਮੇਘਾਵਲ ਜੋ ਕਿ ਰਾਜਸਥਾਨ ਤੋਂ ਹਨ ਤੇ ਮਨਸੁਖ ਭਾਈ ਡੀ ਵਾਸਵਾ ਜੋ ਕਿ ਗੁਜਰਾਤ ਤੋਂ ਹਨ। ਇਹਨਾਂ ਦੀ ਛੁੱਟੀ ਕਰ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਮੋਦੀ ਦੀ ਕੈਬਨਿਟ ਦੇ ਵਿੱਚ ਇਸ ਫੇਰ ਬਦਲ ਨੂੰ ਕਿਸ ਤਰੀਕੇ ਨਾਲ ਲਿਆ ਜਾ ਰਿਹਾ ਹੈ, ਇਹ ਵੀ ਤੁਹਾਨੂੰ ਵਿਖਾਵਾਂਗੇ। ਕੀ ਕਹਿ ਰਹੇ ਨੇ ਪੋਲੀਟੀਕਲ ਮਾਹਿਰ, ਕੀ ਕਹਿ ਰਹੇ ਨੇ ਲੋਕ, ਵੇਖੋ इस रिपोर्ट में। इसमें मुझे लगता है कि जो फेरबदल हुआ है इसमें सियासी सोच ज़्यादा है। अभी 2017 में यूपी में इलेक्शन होने वाले हैं और आपको पता है कि बीजेपी जो है वो सर्वस्पर्शी नीति अपना रही है। तो आपने देखा होगा कि दलितों को और पिछड़ों को काफ़ी इसमें जगह दी गई है मंत्रिमंडल में। तो निश्चित तौर पे एक निगाह है यूपी पे। तो कोई भी जो रिकॉन्फिगरेशन होता है मिनिस्ट्री की उसमें पॉलिटिकल कैलकुलेशन तो होते ही हैं। जैसे पंजाब से जैसे उनको रखा गया है तो एक अहलुवालिया साहब तो वो भी, हालांकि वो दार्जिलिंग से इलेक्ट होते हैं लेकिन वो पंजाबी हैं, सिख हैं, तो एक तरह से पंजाब को भी एक मैसेज देने की कोशिश की गई है। तो एक सियासी सोच है और मुझे लगता है एक अच्छी सोच है, क्योंकि जो मंत्रिमंडल था उसमें पिछड़ों को और दलितों की जो भागीदारी थी या सिखों की भागीदारी वो कम थी, तो माइनॉरिटी को और इनको जगह दी गई है, जो बहुत अच्छी चीज़ है। जहाँ तक बात है कि एक और चीज़ मुझे लगी थी, जैसे कुछ एक बहुत अहम फैसला हुआ कि जो हमारे जो फाइनेंस मिनिस्टर हैं अरुण जेटली, उनको एक ही विभाग में रहने दिया गया है, क्योंकि वो आईटी जो है वो शिफ्ट किया गया। तो वो बहुत अच्छी चीज़ है, क्योंकि फाइनेंस आजकल इकॉनमी इज़ द एसेंस ऑफ पॉलिटिक्स, तो ये उन पर कुछ ओवर बर्डन थे। हालांकि मुझे ये समझ में नहीं आया कि जयंत सिन्हा को क्यों हटाया गया, क्योंकि बाई ऑल कैलकुलेशंस जयंत सिन्हा वाज डूइंग द फाइन जॉब। ही इज़ अ वेल एजुकेटेड पर्सन और अच्छा काम कर रहे थे। उनकी जो तालबंदी थी वो भी अच्छी थी। एक तरफ आपने रघुराम राजन को जाने दिया, दूसरी तरफ आप जयंत सिन्हा को हटा रहे हो, वो भी फाइनेंस मिनिस्ट्री में जो बहुत क्रूशियल मिनिस्ट्री है। और इस बार का बजट भी आपने देखा कि कुछ उसमें काफ़ी चेंजेस थे, तो वो चेंजेस को अपने अंजाम तक पहुंचाने के लिए ज़रूरी था कि उसमें कंटिन्यूटी बनाए रखनी चाहिए थी। एक और मेजर चेंज हुआ है MHRD में, जब स्मृति ईरानी जी को हटाया गया है और प्रकाश जावड़ेकर को लाया गया है। तो इसमें मैं ये कहना चाहूँगा कि देखिए, बीजेपी जो है, बीजेपी की जब आप बात करते हैं तो आप राष्ट्रीय स्वयंसेवक संघ की बात करते हैं। राष्ट्रीय स्वयंसेवक संघ अपने को एक सोशल ऑर्गेनाइजेशन करता है, एक कल्चरल ऑर्गेनाइजेशन करता है। उनका एक कल्चरल एजेंडा बहुत क्लियर है और ये नागपुर में सेंटर्ड हैं। तो महाराष्ट्र इज़ द हब ऑफ RSS पॉलिटिक्स। प्रकाश जावड़ेकर कहाँ से आते हैं? महाराष्ट्र से आते हैं। वो RSS के काडर से आते हैं। स्मृति ईरानी काडर से नहीं आती हैं, जैसे अरुण जेटली काडर से नहीं आते हैं, ठीक है ना। तो आप समझ लीजिए मैं क्या कहना चाह रहा हूँ। तो एक तरह से स्मृति ईरानी का हटाना शायद उनके नॉन परफॉर्मेंस से ज़्यादा कहीं ना कहीं जो RSS का कल्चरल एजेंडा है उसके साथ ज़्यादा जुड़ा हुआ है। ਮੈਨੂੰ ਇੰਜ ਲੱਗਦਾ ਵੀ ਜੋ ਮੋਦੀ ਸਾਹਿਬ ਨੇ ਆਪਣੀ ਕੈਬਨਿਟ ਦੇ ਵਿੱਚ ਫੇਰ ਬਦਲ ਕੀਤਾ ਹੈਗਾ, ਬੜੀ ਦੂਰਦਰਸ਼ੀ ਸੋਚ ਦਾ ਇੱਕ ਨਤੀਜਾ ਹੈਗਾ। ਉਹ ਉਹਨਾਂ ਦੇ 2 ਸਾਲ ਦੇ ਤਜਰਬੇ 'ਤੇ ਵੀ ਬੇਸਡ ਹੈਗਾ
2 ਸਾਲਾਂ ਦੇ ਤਜਰਬੇ ਦੇ ਬੇਸਿਸ ਤੇ ਉਹਨਾਂ ਨੇ ਪਰਫਾਰਮੈਂਸ ਨੂੰ ਬਹੁਤ ਅਹਿਮੀਅਤ ਦਿੱਤੀ ਹੈ ਵੀ ਜਿਹੜੇ ਮਿਨਿਸਟਰ ਅੱਛਾ ਪਰਫਾਰਮ ਕਰ ਰਹੇ ਆ ਉਹਨਾਂ ਨੇ ਅੱਛੇ ਪੋਰਟਫੋਲੀਓ ਦਿੱਤੇ ਹੈਗੇ ਆ। ਤੇ ਨਾਲ ਦੀ ਨਾਲ ਮੈਨੂੰ ਇਹ ਲੱਗਦਾ ਵੀ ਇਸ ਐਕਸਰਸਾਈਜ਼ ਰਾਹੀਂ ਉਹਨਾਂ ਨੇ ਇੱਕ ਇੱਦਾਂ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਵੀ ਜਿਹੜੀ ਇਹ ਗਵਰਨਮੈਂਟ ਹੈ ਇਹਦੇ ਵਿੱਚ ਸਾਰੇ ਧਰਮਾਂ, ਸਾਰੇ ਸਮੁਦਾਇ, ਸਾਰੇ ਜਾਤੀਆਂ ਦੀ ਰਿਪਰੈਜ਼ੈਂਟੇਸ਼ਨ ਹੋਣੀ ਚਾਹੀਦੀ ਹੈ, ਸਾਰੀਆਂ ਸਟੇਟਸ ਦੀ ਰਿਪਰੈਜ਼ੈਂਟੇਸ਼ਨ ਹੋਣੀ ਚਾਹੀਦੀ ਹੈ, ਸਾਰੇ ਇਲਾਕਿਆਂ ਦੀ ਰਿਪਰੈਜ਼ੈਂਟੇਸ਼ਨ ਹੋਣੀ ਚਾਹੀਦੀ ਹੈ। ਮੇਰੇ ਖਿਆਲ ਇਸ ਤਰੀਕੇ ਨਾਲ ਮੋਦੀ ਸਾਹਿਬ ਨੇ ਇਸ ਗਵਰਨਮੈਂਟ ਨੂੰ ਆਲ ਇਨਕਲੂਸਿਵ ਕੈਬਨਿਟ ਨੂੰ ਆਲ ਇਨਕਲੂਸਿਵ ਬਣਾਉਣ ਦੀ ਕੋਸ਼ਿਸ਼ ਕੀਤੀ ਹੈਗੀ ਹੈ। ਜਦੋਂ ਮੈਂ ਕਹਿ ਰਿਹਾ ਸੀ ਵੀ ਇਹਨੂੰ ਪਰਫਾਰਮੈਂਸ ਨੂੰ ਵੀ ਤਰਜੀਹ ਦਿੱਤੀ ਗਈ ਹੈ, ਐਕਸਪੀਰੀਅੰਸ ਨੂੰ ਵੀ ਤਰਜੀਹ ਦਿੱਤੀ ਗਈ ਹੈ, ਤਾਂ ਜਿਹੜੇ ਹੁਣੇ ਆਪਣੇ MHRD ਮਿਨਿਸਟਰ ਬਣੇ ਆ ਪ੍ਰਕਾਸ਼ ਜਾਵੇਦਕਰ ਜੀ, ਉਹਨਾਂ ਨੂੰ ਅਪਗ੍ਰੇਡ ਕੀਤਾ ਗਿਆ, ਕੈਬਨਿਟ ਰੈਂਕ 'ਤੇ ਦਿੱਤਾ ਗਿਆ। ਉਹਨਾਂ ਦੇ ਥੋੜ੍ਹੀ ਜਿਹੀ ਬਰੀਫ ਇੰਟਰੈਕਸ਼ਨ ਮੀਡੀਆ ਨਾਲ ਹੋਈ, ਉਹ ਮੈਨੂੰ ਬਹੁਤ ਇੰਪ੍ਰੈਸਿਵ ਲੱਗੀ। ਉਹਨਾਂ ਨੇ 3-4 ਗੱਲਾਂ ਬਹੁਤ ਅੱਛੀਆਂ ਕੀਤੀਆਂ ਜੋ ਕਿ ਅਸੀਂ ਹਾਇਰ ਐਜੂਕੇਸ਼ਨ ਦੇ ਵਿੱਚ ਉਹਨੂੰ ਐਪਰੀਸ਼ੀਏਟ ਕਰਨਾ ਚਾਹਾਂਗੇ। ਸ਼ਾਇਦ ਉਹ ਸਾਰਾ ਦੇਸ਼ ਵਾਸੀ ਵੀ ਉਸ ਨੂੰ ਤਵੱਜੋ ਦੇਣਗੇ। ਇੱਕ ਸਾਰਿਆਂ ਨਾਲੋਂ ਵੱਡੀ ਅਹਿਮ ਗੱਲ ਉਹਨਾਂ ਨੇ ਕੀਤੀ ਵੀ ਜਿਹੜੀ ਸਿੱਖਿਆ ਹੈਗੀ ਹੈ ਉਹ ਵਿਦਿਆਰਥੀ ਦੇ ਕੇਂਦਰਿਤ ਹੋਣੀ ਚਾਹੀਦੀ ਹੈ, ਵੀ ਜਿਹੜਾ ਸਾਡਾ ਸਿੱਖਿਆ ਦਾ ਢਾਂਚਾ ਹੈਗਾ ਉਹ ਸਾਰਾ ਵਿਦਿਆਰਥੀ ਦੇ ਇਰਦ ਗਿਰਦ ਘੁੰਮਣਾ ਚਾਹੀਦਾ ਹੈ ਤਾਂ ਕਿ ਵਿਦਿਆਰਥੀ ਨੂੰ ਉਹਦਾ ਪੂਰਾ ਲਾਭ ਤੇ ਲਾਹਾ ਮਿਲ ਸਕੇ। ਇੱਕ ਬਹੁਤ ਵੱਡੀ ਗੱਲ ਉਹਨਾਂ ਨੇ ਕਹੀ। ਮੰਤਰੀ ਮੰਡਲ ਦੇ ਫੇਰ ਬਦਲ ਨਾਲ ਦੇਸ਼ 'ਚ ਕੋਈ ਜ਼ਿਆਦਾ ਫਰਕ ਨਹੀਂ ਪੈਣਾ, ਲੋਕਾਂ ਨੂੰ ਉਹਦੇ ਨਾਲ ਤਲਕ ਨਹੀਂ ਹੈ। ਮੰਤਰੀ ਕਿਹੜਾ ਆਇਆ ਕਿਹੜਾ ਗਿਆ, ਲੋਕਾਂ ਨੂੰ ਜ਼ਰੂਰਤ ਹੈ ਮਹਿੰਗਾਈ ਘਟਾਉਣ ਦੀ, ਲੋਕਾਂ ਨੂੰ ਪੈਸਾ ਚਾਹੀਦਾ ਹੈ, ਵਪਾਰ ਚਾਹੀਦਾ, ਪ੍ਰੋਡਕਸ਼ਨ ਚਾਹੀਦੀ ਹੈ। ਸਾਨੂੰ ਲੋਕਾਂ ਨੂੰ ਮੰਤਰੀਆਂ ਦੇ ਨਾਲ ਕੁਝ ਨਹੀਂ ਲੈਣਾ, ਸਾਨੂੰ ਤਾਂ ਪਾਲਿਸੀ ਦੇ ਨਾਲ ਮੈਟਰ ਹੈ। ਦੇਸ਼ ਪਾਲਿਸੀ ਦੇ ਨਾਲ ਚੱਲਣਾ ਹੈ, ਫੇਰ ਬਦਲ ਨਾਲ ਨਹੀਂ ਚੱਲਣਾ ਹੈਗਾ। ਉਹ ਪ੍ਰਧਾਨ ਮੰਤਰੀ ਜੀ ਨੇ ਦੇਖਣਾ ਹੈ ਕਿ ਮੇਰੇ ਕਿਹੜੇ ਮੰਤਰੀ, ਮੈਂ ਕਿਸ ਤਰੀਕੇ ਨਾਲ ਪਾਲਿਸੀ ਬਣਾਉਣੀ ਹੈ, ਉਹਨਾਂ ਦੀ ਕੈਬਨਿਟ ਨੇ ਕਿਸ ਤਰੀਕੇ ਨਾਲ ਪਾਲਿਸੀ ਬਣਾਉਣੀ ਹੈ। ਮੇਰਾ ਓਪੀਨੀਅਨ ਤਾਂ ਇਹੀ ਆ ਕਿ ਅਗਰ ਉਹਨਾਂ ਨੇ ਚੇਂਜ ਕੀਤੇ ਆ ਤਾਂ ਜ਼ਰੂਰ ਇਹਦੇ ਵਿੱਚ ਉਹਨਾਂ ਨੇ ਕੁਛ ਨਾ ਕੁਛ ਕੰਟਰੀ ਲਈ ਤਾਂ ਵਧੀਆ ਸੋਚਿਆ ਹੀ ਹੋਵੇਗਾ। ਮੇਨ ਰੀਜ਼ਨ ਮੇਰੇ ਅਕੋਰਡਿੰਗ ਇਹੀ ਹੋ ਸਕਦਾ ਕਿ ਸੋਸ਼ਲ ਇਕਨੋਮਿਕ ਰੀਜ਼ਨ ਹੋ ਸਕਦੇ ਆ ਔਰ ਪੋਲੀਟੀਕਲ ਮਤਲਬ ਪਾਰਟੀਆਂ ਜਿੱਦਾਂ ਅੱਜ ਕੱਲ੍ਹ ਹੋ ਰਹੀਆਂ ਵਾ, ਪੋਲੀਟੀਕਲ ਰੀਜ਼ਨ ਹੋ ਸਕਦੇ ਆ, ਪੋਲੀਟੀਕਲ ਜਿੱਦਾਂ ਕਲੈਸ਼ਿਸ ਹੋ ਰਿਹਾ ਅਮੰਗ ਕੈਬਨਿਟ ਮੈਂਬਰਸ, ਸੋ ਇਹ ਵੀ ਇੱਕ ਬਹੁਤ ਵੱਡਾ ਰੀਜ਼ਨ ਹੋ ਸਕਦਾ ਹੈ। ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਆ ਰਹੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਇੰਨੇ ਜ਼ਿਆਦਾ ਰਾਜ ਮੰਤਰੀਆਂ ਨੂੰ ਆਪਣੀ ਕੈਬਨਿਟ ਦੇ ਵਿੱਚ ਇਸ ਕਰਕੇ ਸ਼ਾਮਿਲ ਕੀਤਾ ਹੈ ਕਿ ਉਹ ਚਾਹੁੰਦੇ ਸਨ ਕਿ ਇਹ ਰਾਜ ਮੰਤਰੀ ਐਜ਼ ਅ ਮੀਡੀਏਟਰ ਲੋਕਾਂ ਅਤੇ ਸਰਕਾਰ ਦੇ ਵਿਚਕਾਰ ਕੰਮ ਕਰਨ, ਲੋਕਾਂ ਦੀਆਂ ਸਮੱਸਿਆਵਾਂ ਸਰਕਾਰ ਤੱਕ ਪਹੁੰਚਾਉਣ ਅਤੇ ਸਰਕਾਰ ਦੀ ਪਾਲਿਸੀਜ਼ ਨੂੰ ਲੋਕਾਂ ਤੱਕ ਲੈ ਕੇ ਜਾਣ। ਮਗਰ ਇਸ ਦੇ ਨਾਲ ਹੀ ਗੱਲ ਇਹ ਵੀ ਸਾਫ਼ ਹੋ ਗਈ ਹੈ ਕਿ ਹੁਣ ਜਿਹੜੀ ਗੱਲ ਸਾਲ 2014 ਦੇ ਵਿੱਚ ਮੋਦੀ ਸਰਕਾਰ ਦੇ ਵੱਲੋਂ ਕੀਤੀ ਗਈ ਸੀ, ਯਾਨੀ ਕਿ ਮਿਨੀਮਮ ਗਵਰਨਮੈਂਟ ਐਂਡ ਮੈਕਸਿਮਮ ਗਵਰਨੈਂਸ, ਉਹ ਕਿਤੇ ਨਾ ਕਿਤੇ ਹੁਣ ਫੇਡ ਹੁੰਦੀ ਜਾ ਰਹੀ ਹੈ ਕਿਉਂਕਿ ਇਸ ਕੈਬਨਿਟ ਦੇ ਵਿੱਚ ਹੁਣ ਮੰਤਰੀਆਂ ਦੀ ਸੰਖਿਆ ਵੱਧ ਕੇ ਕਿਤੇ 77-78 ਦੇ ਕਰੀਬ ਹੋ ਗਈ ਹੈ, ਜੋ ਕਿ UPA ਸਰਕਾਰ ਦੇ ਮੰਤਰੀਆਂ ਦੇ ਆંકੜੇ ਦੇ ਕਰੀਬ, ਬਿਲਕੁਲ ਕਰੀਬ ਪਹੁੰਚ ਚੁੱਕੀ ਹੈ। ਇਸ ਦੇ ਵਿੱਚ ਕਿੰਨੀ ਮਿਨੀਮਮ ਗਵਰਨਮੈਂਟ ਹੋਵੇਗੀ, ਕਿੰਨੀ ਮੈਕਸਿਮਮ ਗਵਰਨੈਂਸ ਹੋਵੇਗੀ, ਇਹ ਵੀ ਸਮੇਂ ਤੇ ਛੇਤੀ ਹੀ ਪਤਾ ਚੱਲ ਜਾਵੇਗਾ। ਤੇ ਇਸ ਦੇ ਨਾਲ ਹੀ ਇੱਕ ਹੋਰ ਕ੍ਰਿਟਿਸਿਜ਼ਮ ਹੋ ਰਿਹਾ ਹੈ, ਉਹ ਇਹ ਹੋ ਰਿਹਾ ਹੈ ਕਿ ਕਾਸਟ ਇਕੁਏਸ਼ਨਸ ਦਾ ਖਿਆਲ ਰੱਖਣ ਦੀ ਗੱਲ ਆਖੀ ਜਾ ਰਹੀ ਹੈ, ਜਦਕਿ ਕ੍ਰਿਟਿਸਿਜ਼ਮ ਇਹ ਹੈ ਕਿ ਸਿਰਫ ਇੱਕ ਜਾਂ 2 ਕਮਿਊਨਿਟੀਜ਼ ਦੇ ਮੈਂਬਰ ਹੀ ਮੋਦੀ ਕੈਬਨਿਟ ਦੇ ਵਿੱਚ ਹਾਵੀ ਹਨ। ਫਿਲਹਾਲ ਸਾਡੀ ਇਸ ਖਾਸ ਪੇਸ਼ਕਸ਼ ਦੇ ਵਿੱਚ ਇੰਨਾ ਹੀ। ਮੈਨੂੰ ਗੁਰਮੀਤ ਨੂੰ, ਮੇਰੇ ਵੀਡੀਓ ਜਰਨਲਿਸਟ ਵਿਕਰਮ ਡੋਗਰਾ ਨੂੰ ਦਿਓ ਇਜਾਜ਼ਤ। ਮੋਦੀ ਕੈਬਨਿਟ, ਮੋਦੀ ਸਰਕਾਰ ਅਤੇ ਮੋਦੀ ਸਰਕਾਰ ਦੇ ਫੈਸਲਿਆਂ ਨੂੰ ਲੈ ਕੇ ਲਗਾਤਾਰ ਹੋ ਰਹੀਆਂ ਡਿਵੈਲਪਮੈਂਟਸ ਦੇ ਬਾਰੇ ਤੁਹਾਨੂੰ ਅਪਡੇਟਸ ਅਸੀਂ ਦਿੰਦੇ ਰਵਾਂਗੇ। PTC ਨਿਊਜ਼ ਤੇ ਖਬਰਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ।